दोस्तों मैं वहाँ डॉक्टर आफ्ताब रंजा ते तुसी वेख रहे हो मेरा यूट्यूब चैनल पाकिस्तान ऑनलाइन। लिखे हुए इतिहास का एक रोला होर भी है। ਇਹਦੇ 'ਚ ਮੁਗਲਾਂ ਤੇ ਸਿੱਖਾਂ ਦੇ ਖਿਲਾਫ ਜ਼ੁਲਮ ਤੇ ਦੱਸੇ ਜਾਂਦੇ ਨੇ, ਪਰ ਮੁਗਲ ਦਰਬਾਰ ਨੂੰ ਇਸ ਮੁੱਦੇ ਤੇ ਭੜਕਾਉਣ ਵਾਲੇ ਸ਼ਿਵਾ ਲੱਖ ਦੇ ਪਹਾੜਾਂ 'ਚ ਰਹਿਣ ਵਾਲੇ ਹਿੰਦੂ ਰਾਜੇ ਸੀ, ਇਹ ਨਹੀਂ ਦੱਸਿਆ ਜਾਂਦਾ। ਸ਼ਿਵਾ ਲੱਖ ਦੇ ਪਹਾੜਾਂ ਦੇ ਰਾਜੇ ਬਾਲੀਆ ਚੰਦ ਭੀਮ ਸਿੰਘ ਦਾ ਪੁੱਤਰ ਅਜਮੇਰ ਚੰਦ ਤੇ ਆਲਮ ਚੰਦ ਗੁਰੂ ਗੋਬਿੰਦ ਸਿੰਘ ਦੀ ਵੱਧਦੀ ਹੋਈ ਤਾਕਤ ਤੋਂ ਬੜੇ ਡਰੇ ਹੋਏ ਸੀ। ਉਹ ਬੜੇ ਪਰੇਸ਼ਾਨ ਸੀ। ਇਹਨਾਂ ਰਾਜਿਆਂ ਨੇ ਇਲਾਕੇ ਦੇ ਦੂਜੇ ਰਾਜਿਆਂ ਨਾਲ ਇੱਕ ਗੱਠਜੋੜ ਕੀਤਾ ਕਿ ਸਾਰੇ ਮਿਲ ਕੇ ਗੁਰੂ ਜੀ ਨੂੰ ਇਸ ਇਲਾਕੇ 'ਚੋਂ ਬਾਹਰ ਕੱਢ ਦਈਏ। ਉਹਨਾਂ ਰਾਜਿਆਂ ਨੇ ਲੜਾਈ ਦਾ ਬਹਾਨਾ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਖਤ ਲਿਖਿਆ, ਜੇ ਉਹ ਆਨੰਦਪੁਰ ਸਾਹਿਬ ਛੋੜ ਕੇ ਚਲੇ ਜਾਣ ਤੇ ਹਵੇਲੀ ਜਿਹਦੇ 'ਚ ਉਹ ਰਹਿੰਦੇ ਨੇ ਉਹਦਾ ਕਿਰਾਇਆ ਅਜਮੇਰ ਚੰਦ ਨੂੰ ਦੇ ਦੇਣ। ਗੁਰੂ ਸਾਹਿਬ ਨੇ ਜਵਾਬ ਦਿੱਤਾ, ਜੇ ਹਵੇਲੀ ਉਹਨਾਂ ਦੇ ਪਿਤਾ ਨੇ ਮੁੱਲ ਲਈ ਸੀ ਤੇ ਇਸ ਵਾਸਤੇ ਕਿਰਾਇਆ ਬਣਦਾ ਹੀ ਨਹੀਂ, ਉਹ ਇਹਦੇ ਮਾਲਕ ਨੇ। ਉਹਨਾਂ ਹਿੰਦੂ ਰਾਜਿਆਂ ਨੇ ਕਿਸੇ ਨਾ ਕਿਸੇ ਬਹਾਨੇ ਕਈ ਸਾਲ ਗੁਰੂ ਜੀ ਨਾਲ ਜੰਗ ਛਿੜੀ ਰੱਖੀ। ਆਪਣੀ ਕੋਸ਼ਿਸ਼ਾਂ 'ਚ ਨਾਕਾਮ ਹੋਣ ਤੋਂ ਬਾਅਦ ਮਦਦ ਮੰਗਣ ਲਈ ਮੁਗਲ ਦਰਬਾਰ ਚਲੇ ਗਏ। ਮੁਗਲ ਦਰਬਾਰ ਨੇ ਦੀਨ ਬੇਗ ਤੇ ਪੈਂਦਾ ਖਾਨ ਨੂੰ 5-5 ਹਜ਼ਾਰ ਫੌਜੀ ਦੇ ਕੇ ਗੁਰੂ ਜੀ ਨਾਲ ਲੜਨ ਵਾਸਤੇ ਭੇਜਿਆ। ਲੜਾਈ ਆਨੰਦਪੁਰ ਸਾਹਿਬ 'ਚ ਹੋਈ, ਜਿਹਦੇ 'ਚ ਪੈਂਦਾ ਖਾਨ ਮਾਰਿਆ ਗਿਆ। ਇਸ ਦੌਰਾਨ ਇੱਕ ਜੰਗ 'ਚ ਆਲਮ ਚੰਦ ਵੀ ਭਾਈ ਉਹਦੇ ਸਿੰਘ ਦੇ ਹੱਥੋਂ ਮਾਰਿਆ ਗਿਆ। ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 'ਚ ਲੜੀ ਗਈ ਸੀ। ਪਹਾੜੀ ਰਾਜਿਆਂ ਨੇ ਬਾਅਦ 'ਚ ਆਪਣੀ ਫੌਜ 'ਚ ਗੁੱਜਰ ਭਰਤੀ ਕਰ ਲਏ। ਮੁਗਲਾਂ ਦੀ ਫੌਜ ਵੀ ਵਜ਼ੀਰ ਖਾਨ ਦੀ ਅਗਵਾਈ 'ਚ ਰਾਜਿਆਂ ਦੀ ਮਦਦ ਲਈ ਪਹੁੰਚ ਗਈ। ਆਨੰਦਪੁਰ ਦੀ ਦੂਸਰੀ ਜੰਗ ਵੀ ਮੁਗਲ ਤੇ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਹਾਰ ਗਈਆਂ। ਹਿੰਦੂ ਰਾਜਿਆਂ ਦੇ ਮੁਗਲ ਬਾਦਸ਼ਾਹ ਕੋਲੋਂ ਬਾਰ-ਬਾਰ ਮਦਦ ਮੰਗਣ ਤੋਂ ਬਾਅਦ ਸੈਯਦ ਬੇਗ ਦੀ ਅਗਵਾਈ 'ਚ ਫਿਰ ਮੁਗਲ ਫੌਜ ਭੇਜੀ ਗਈ, ਪਰ ਸੈਯਦ ਬੇਗ ਗੁਰੂ ਜੀ ਨਾਲ ਮਿਲ ਗਏ। ਅਜਮੇਰ ਚੰਦ ਨੇ ਹਿੰਦੌਰ, ਚੰਬਾ ਤੇ ਫਤਿਹਪੁਰ ਦੇ ਰਾਜਿਆਂ ਨਾਲ ਗੱਠਜੋੜ ਕਰਕੇ ਫਿਰ ਗੁਰੂ ਜੀ ਤੇ ਹਮਲਾ ਕੀਤਾ, ਪਰ ਨਾਕਾਮ ਰਹੇ। ਇਹਨੂੰ ਅਨੰਦਪੁਰ ਦੀ ਤੀਸਰੀ ਜੰਗ ਕਿਹਾ ਜਾਂਦਾ ਹੈ। ਦੂਜੇ ਪਾਸੇ ਸੈਯਦ ਬੇਗ ਦੇ ਗੁਰੂ ਜੀ ਨਾਲ ਮਿਲਣ ਤੋਂ ਬਾਅਦ ਮੁਗਲ ਫੌਜ ਦੀ ਕਮਾਂਡ ਰਮਜ਼ਾਨ ਖਾਨ ਦੇ ਹੱਥ 'ਚ ਆ ਗਈ ਸੀ। ਇਸ ਦੌਰਾਨ ਫਸਲਾਂ ਕੱਟਣ ਦਾ ਵੇਲਾ ਆ ਗਿਆ। ਗੁਰੂ ਜੀ ਕੋਲ ਥੋੜ੍ਹੇ ਜਿਹੇ ਬੰਦੇ ਰਹਿ ਗਏ। ਇਸ ਮੌਕੇ 'ਤੇ ਅਜਮੇਰ ਚੰਦ, ਉਹਦੇ ਸਹਿਯੋਗੀ ਰਾਜੇ ਤੇ ਮੁਗਲ ਫੌਜ ਨੇ ਮਿਲ ਕੇ ਹਮਲਾ ਕੀਤਾ, ਪਰ ਉਹ ਗੁਰੂ ਜੀ ਨੂੰ ਫੜਨ 'ਚ ਨਾਕਾਮ ਰਹੇ। ਸੈਯਦ ਬੇਗ ਤੇ ਮੋਮਨ ਖਾਨ ਗੁਰੂ ਜੀ ਵੱਲੋਂ ਲੜੇ, ਔਰ ਇਹ ਮੁਸਲਮਾਨ ਸੀ ਦੋਵੇਂ। ਜੇ ਇੱਕ ਪਾਸੇ ਮੁਗਲ ਫੌਜ ਤੇ ਹਿੰਦੂ ਰਾਜੇ ਮਿਲ ਕੇ ਗੁਰੂ ਜੀ ਨਾਲ ਲੜਦੇ ਸੀ ਪਏ, ਤੇ ਦੂਜੇ ਪਾਸੇ ਸੈਯਦ ਬੇਗ ਤੇ ਮੋਮਨ ਖਾਨ ਵਰਗੇ ਮੁਸਲਮਾਨ ਗੁਰੂ ਜੀ ਨਾਲ ਖੜੇ ਸੀ। ਔਰੰਗਜ਼ੇਬ ਇੱਕ ਬਾਦਸ਼ਾਹ ਸੀ, ਬਸ ਉਹਨੂੰ ਸੱਤਾਧਾਰੀ ਸ਼ਕਤੀ ਚਾਹੀਦੀ ਸੀ, ਉਹਦਾ ਧਰਮ ਨਾਲ ਕੋਈ ਵਾਸਤਾ ਨਹੀਂ ਸੀ। ਜੇ ਵੀਡੀਓ ਚੰਗੀ ਲੱਗੇ ਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ। ਧੰਨਵਾਦ। ਪੰਜਾਬ